ਸਭ ਤੋਂ ਪਹਿਲਾਂ ਤਾਂ ਮੈਂ ਅੱਜ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਪ੍ਰਕਾਸ਼ ਉਤਸਵ ਹੈ ਉਹਦੇ ਉੱਤੇ ਮੁਬਾਰਕਬਾਦ ਦਿੰਦੀ ਹਾਂ ਸਾਰੇ ਆਪਣੇ ਭਾਈਚਾਰੇ ਨੂੰ, ਦੇਸ਼ਾਂ ਅਤੇ ਵਿਦੇਸ਼ਾਂ 'ਚ ਰਹਿਣ ਵਾਲਿਆਂ ਨੂੰ ਕਿ ਸਾਡੇ ਲਈ ਬਹੁਤ ਇਤਿਹਾਸਿਕ ਮਹੱਤਵਪੂਰਨ ਦਿਨ ਹੈ ਅੱਜ। ਸਾਰਿਆਂ ਨੂੰ ਇਸ 'ਤੇ ਵਧਾਈ ਹੋਵੇ। ਔਰ ਨਾਲ ਹੀ ਕ੍ਰਿਸ਼ਮਾ ਵੀ ਅਸੀਂ ਦੇਖਿਆ ਕਿ ਅੱਜ ਜਿਹੜੇ ਮੋਦੀ ਨੇ ਕਾਨੂੰਨ ਵਾਪਸ ਕੀਤੇ ਨੇ, ਸੋ ਇਹ ਲੱਗਦਾ ਕਿ ਬਾਬਾ ਨਾਨਕ ਦੇਵ ਜੀ ਦਾ ਉਹ ਮਿਹਣਾ ਯਾਦ ਆ ਗਿਆ ਹੋਵੇ ਜਿਹੜਾ ਇੱਕ ਵਾਰ ਉਹਨਾਂ ਨੇ ਬਾਬਰ ਦੇ ਖਿਲਾਫ ਕਿਹਾ ਸੀਗਾ, ਖੁਰਾਸਾਨ ਖਸਮਾਨਾ ਕੀਆ ਤੈ ਕੀ ਦਰਦ ਨਾ ਆਇਆ। ਬਾਬਾ ਨਾਨਕ ਦੇਵ ਜੀ ਨੇ ਕਿਹਾ ਸੀ ਅਤੇ ਅੱਜ ਵੀ ਸ਼ਾਇਦ ਉਹ ਮਿਹਣਾ ਸਾਡੇ ਲੋਕਾਂ ਦੇ ਰਾਸ ਆ ਗਿਆ। ਬਾਬਾ ਨਾਨਕ ਦੇਵ ਜੀ ਦੇ ਸ਼ਾਇਦ ਸਾਲ ਭਰ ਤੋਂ ਤੜਫਦੇ ਲੋਕਾਂ ਨੂੰ ਦੇਖ ਰਹੇ ਨੇ ਉਹ ਕਿ ਹਿੰਦੁਸਤਾਨ ਬਰਬਾਦ ਕੀਆ ਮੋਦੀ ਤੈ ਕੀ ਦਰਦ ਨਾ ਆਇਆ। ਅੱਜ ਉਸ ਪ੍ਰਕਾਸ਼ ਉਤਸਵ ਦੀ ਜਿਹੜੀ ਸ਼ਕਤੀ ਤਾਕਤ ਸੀ ਉਹਦੇ ਮੁਤਾਬਕ ਅੱਜ ਜਿਹੜੇ ਇਹ ਕਾਨੂੰਨ ਰੱਦ ਕੀਤੇ ਗਏ ਨੇ, ਵਾਪਸ ਕੀਤੇ ਗਏ ਨੇ, ਅਸੀਂ ਇਸ ਦਿਹਾੜੇ ਦੀ ਮੁਬਾਰਕਬਾਦ ਅਤੇ ਅਸ਼ੀਰਵਾਦ ਦੇ ਤੌਰ 'ਤੇ ਲੈ ਰਹੇ ਹਾਂ ਇਹਨਾਂ ਨੂੰ। ਦੂਜੀ ਗੱਲ, ਮੋਦੀ ਸਾਹਿਬ ਅਗਰ ਚਾਹੁਣ ਕਿ ਮੈਂ ਬੜਾ ਵੱਡਾ ਸਾਨ ਕੀਤਾ ਹੈ, ਮੋਦੀ ਸਾਹਿਬ ਜੇ ਕਰਦੇ ਤਾਂ 1 ਸਾਲ ਹੋ ਗਿਆ, ਠੰਡਾਂ ਗਰਮੀਆਂ ਔਖਾਂ ਸੌਖਾਂ ਕਿੰਨਾ ਖੇਤੀ ਦਾ ਘਰਾਂ ਦਾ ਨੁਕਸਾਨ ਹੋਇਆ ਉੱਥੇ ਬੈਠਣ ਕਰਕੇ। 600 ਤੋਂ ਵੱਧ ਸਾਡੇ ਜਿਹੜੇ ਹੈਗੇ ਭਰਾ ਭੈਣਾਂ ਸ਼ਹੀਦ ਹੋ ਗਏ ਉੱਥੇ। ਇਹ ਸਾਰੀ ਦਰਦ ਅਤੇ ਪੀੜਾ ਜਿਹੜੀ ਹੈਗੀ ਹੈ ਉਹਦੇ ਛਾਲੇ ਦਿਲ 'ਤੇ ਰੜਕਦੇ ਰਹਿਣਗੇ ਔਰ ਮੋਦੀ ਨੂੰ ਗੁਨਾਹਗਾਰ ਸਾਬਤ ਕਰਦੇ ਰਹਿਣਗੇ। ਇਹ ਗੁਨਾਹ ਦਾ ਦਾਗ ਮੋਦੀ ਸਾਹਿਬ ਅੱਜ ਜਿਹੜਾ ਐਲਾਨ ਕੀਤਾ ਹੈ ਇਹ ਧੋ ਨਹੀਂ ਸਕਦੇ, ਕਿਉਂਕਿ ਸਾਲ ਭਰ ਦੀ ਜਿਹੜੀ ਪੀੜਾ ਦੇਣ ਤੋਂ ਬਾਅਦ ਕੀਤਾ ਅੱਜ ਇਹਨਾਂ ਨੇ। ਇੱਥੋਂ ਸਾਫ਼ ਸਾਬਤ ਹੁੰਦਾ ਹੈਗਾ ਕਿ ਇਹਨਾਂ ਦੇ ਮਨ ਵਿੱਚ ਕਿਸਾਨਾਂ ਜਾਂ ਇਹ ਕਾਨੂੰਨਾਂ ਨੂੰ ਵਾਪਸ ਕਰਨ ਦੀ ਕੋਈ ਭਾਵਨਾ ਹਮਦਰਦੀ ਨਹੀਂ ਹੈ। ਸਿਰਫ ਵੋਟਾਂ ਨੇੜੇ ਆ ਗਈਆਂ, ਇਹ ਦਿਨ ਤਕਾਇਆ ਗਿਆ ਸੀਗਾ, ਰੱਖਿਆ ਗਿਆ ਸੀ। ਔਰ ਜਿੱਥੇ ਮੈਂ ਮੋਦੀ ਸਾਹਿਬ ਨੂੰ ਇਹਦਾ ਪੂਰਾ ਦੋਸ਼ੀ ਅੱਜ ਵੀ ਕਰਾਰ ਦਿੰਦੀ ਹਾਂ, ਉੱਥੇ ਮੈਂ ਕੁਛ ਘੁਸਪੈਠ ਤਾਕਤਾਂ ਜਿਹੜੀਆਂ ਨੇ ਅੰਦਰੋਂ ਗਤੀ ਜਾਂ ਉਹ ਬਾਹਰ ਗਤੀ ਜਾ ਕੇ ਇਹੋ ਜਿਹੀਆਂ ਰਾਇਆਂ ਦਿੰਦੇ ਰਹੇ ਸੀ ਕਿ ਜੇ ਚੱਲਣ ਦਿਓ। ਬੜੀਆਂ ਮੀਟਿੰਗਾਂ ਹੋਈਆਂ ਕੀਤੀਆਂ, ਸਾਰਿਆਂ ਨੇ ਦੇਖਿਆ। ਉਹ ਮੀਟਿੰਗਾਂ ਦੇ ਵਿੱਚ ਜਾ ਕੇ ਜਿਹੜੇ ਸਾਡੇ ਅੱਜ ਪਾਰਟੀਆਂ 'ਚ ਹੈ ਨਹੀਂ ਗੇ ਕਈ ਬੰਦੇ, ਅਤੇ ਉਹਨਾਂ ਸਾਰਿਆਂ ਨੇ ਇਹ ਗੱਲਾਂ ਜੇ ਇੰਨੀਆਂ ਕਰ ਸਕਦੇ ਸੀ ਤਾਂ ਪਹਿਲਾਂ ਵੀ ਕਰਵਾਉਂਦੇ। ਔਰ ਨਾਲ ਹੀ ਇਹ ਆਉਂਦਾ ਰਿਹਾ ਕਿ ਸਾਡਾ BJP ਨਾਲ ਸਮਝੌਤਾ ਕਰਾਂਗੇ ਕਾਨੂੰਨ ਰੱਦ ਹੋਣ ਤੋਂ ਬਾਅਦ। ਇਹਦਾ ਮਤਲਬ ਕਿ ਉਹਨਾਂ ਨੂੰ ਪਤਾ ਸੀ। ਕਿਸ ਤਰ੍ਹਾਂ ਨਾਲ ਲੈਣਾ ਚਾਹੁੰਦੇ ਉਹੀ ਮੈਂ ਪੁੱਛਾਂ। ਮੈਂ ਦੱਸਦੀ ਹਾਂ ਤੁਹਾਡੇ ਸਾਹਮਣੇ, ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ ਕਿਹਾ ਆਪਣੀ ਸਟੇਟਮੈਂਟ ਵਿੱਚ ਕਿ ਇਹ 5-7 ਦਿਨਾਂ ਤਾਈਂ ਰੱਦ ਹੋ ਜਾਣਗੇ। ਇਹਦਾ ਮਤਲਬ ਉਹਨਾਂ ਨੂੰ ਪਤਾ ਸੀ। ਅਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਅਗਲੀ ਗੱਲ ਵੀ ਆਪਦੇ ਨਾਲ ਇੱਕ ਹੋਰ ਦਾ ਨਾਂ ਲਿਆ ਕਿ ਮੋਦੀ ਸਾਹਿਬ ਨੇ ਇਹ ਵੀ ਕਿਹਾ ਕਿ ਢੀਂਡਸਾ ਸਾਹਿਬ ਨਾਲ ਵੀ ਸਾਡੀ ਗੱਲ ਹੋਈ ਵੀ ਹੈ। 2 ਬੁੱਕਲ ਦੇ ਜਿਹੜੇ ਹੈਗੇ ਨੇ ਨਾ, ਜਿਵੇਂ ਆਪਾਂ ਕਹਿੰਦੇ ਹਾਂ ਸੱਪ, ਸਾਡੇ ਸਾਹਮਣੇ ਆ ਗਏ ਨੇ। ਢੀਂਡਸਾ ਪਰਿਵਾਰ, ਕੈਪਟਨ ਅਮਰਿੰਦਰ ਸਿੰਘ, ਜਿਹੜਾ ਪੁੱਛਣਾ ਚਾਹੁੰਦੇ ਹੋ, ਅਸੀਂ ਸਾਡੀ ਪਾਰਟੀ ਵਿੱਚ ਸੀ, ਜਿੰਨੇ ਕੰਮ ਚੰਗੇ ਹੋਏ ਚੰਗੇ ਵੀ ਕਹੇ, ਮਾੜੇ ਹੋਏ ਮਾੜੇ ਵੀ ਕਹੇ, ਨਹੀਂ ਹੋਏ ਤਾਂ ਉਹ ਵੀ ਕਹੇ, ਲੇਕਿਨ ਅੱਜ ਸਾਡੀ ਪਾਰਟੀ 'ਚ ਹੈ ਨਹੀਂ ਉਹ। ਅਤੇ ਅੱਜ ਸਾਨੂੰ ਆਹ ਜਿਹੜੀ ਕਹਿੰਦੇ ਨਾ ਦੇਸ਼ ਧਰੋਹੀ, ਇਹ ਵੀ ਆਪਣਾ ਲੋਕ ਧਰੋਹੀ ਹੈ, ਕਿਸਾਨ ਧਰੋਹੀ ਹੈ। ਕਿ ਇਹਦਾ ਮਤਲਬ ਇਹ ਸਾਰੀਆਂ ਮੀਟਿੰਗਾਂ ਕਰਦੇ ਸੀ, ਸਾਰੀ ਇਹਨਾਂ ਨਾਲ ਗਿਲ ਮੱਠ ਕੇ ਸਾਰਾ ਕੁਛ ਮੋਦੀ ਸਾਹਿਬ ਨੇ ਕੀਤਾ ਹੈ। ਤਾਂ ਹੀ ਇਹ ਕਹਿੰਦੇ ਸੀ ਅਸੀਂ ਰਾਜੀਨਾਮਾ ਕਰਾਂਗੇ, ਢੀਂਡਸਾ ਸਾਹਿਬ ਰਲਣਗੇ, ਮੈਂ ਰਲੂੰਗਾ ਅਤੇ BJP ਨਾਲ ਇਕੱਠੇ ਚੋਣ ਲੜਾਂਗੇ। ਚੋਣ ਦਾ ਨਿਸ਼ਾਨਾ ਇਹਨਾਂ ਦਾ ਇਕੱਠਾ ਸੀ ਪਹਿਲਾਂ ਹੀ, ਔਰ ਇਸੇ ਕਰਕੇ ਇਹਨਾਂ ਨੇ ਸਾਰਾ ਲੇਟ ਕਰਾਇਆ ਕਿ ਵੋਟਾਂ ਦੇ ਨੇੜੇ, ਨਹੀਂ ਤਾਂ ਛੇਤੀ ਲੋਕ ਭੁੱਲ ਜਾਣਗੇ, ਵੋਟਾਂ ਦੇ ਨੇੜੇ ਜਾ ਕੇ ਕਰਿਓ। ਇਹ ਘੁਸਪੈਠ ਨੇ ਇਹ ਸਾਬਤ ਕਰਤਾ ਇਤਿਹਾਸ ਦੇ ਪੰਨੇ ਵਿੱਚ, ਇਹ ਨਾਂ ਜਿਵੇਂ ਅੱਗੇ ਲਿਖਿਆ ਗਿਆ ਨਾ, ਤੇਜੇ ਲਾਲੂ ਦੀ ਲਾਲੀ ਗਈ, ਤੇਜੂ ਦਾ ਗਿਆ ਤੇਜ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਭਾਗ ਡੋਬਣ ਵਾਲੇ ਨਾਲ ਦੇ ਸੀ ਘੁਸਪੈਠੀਏ। ਇਹੋ ਜਿਹੇ ਗਦਾਰਾਂ ਤੋਂ ਬਚਣ ਦੀ ਲੋੜ ਹੈ, ਜਿਹੜੇ ਪਾਰਟੀ ਦੇ ਦੇਸ਼ ਦੇ ਹੋਣ, ਜਿਹੜੇ ਅੰਦਰ ਗੱਲਾਂ ਕੁਛ ਹੋਰ ਕਰਕੇ ਉਹਦੇ ਬਾਹਰ ਕੁਛ ਹੋਰ ਕਰਦੇ ਆ, ਆਪਦੇ ਮਨਸ਼ੇ ਪੂਰੇ ਕਰਨ ਵਾਸਤੇ ਲੋਕਾਂ ਦੀ ਪੀੜਾ ਨੂੰ ਨਹੀਂ ਸਮਝ ਸਕਦੇ। ਅਤੇ ਉਸ ਵਕਤ ਜਿਹੜੇ ਹੈਗੇ ਸੀ ਇਹ ਇਤਿਹਾਸ ਵਿੱਚ ਉਦੋਂ ਉਹ ਹੋਏ ਸੀ, ਅਤੇ ਅੱਜ ਵੀ ਉਹੀ ਤਾਕਤਾਂ, ਉਹੀ ਲੋਕ, ਅਗਰ ਸੱਚਮੁੱਚ ਉਹਨਾਂ ਨੂੰ ਸਾਰਾ ਕੁਛ ਪਤਾ ਸੀ। ਮੈਂ ਤਾਂ ਕਹਿ ਰਹੀ ਹਾਂ, ਜੇ ਇੰਟਰਵਿਊ 'ਚ ਉਹਨੇ ਨਾਂ ਲਿਆ ਉਹਨਾਂ ਨੇ ਕਿ ਢੀਂਡਸਾ ਸਾਹਿਬ ਨਾਲ ਵੀ ਮੈਨੂੰ ਦੱਸਿਆ ਮੋਦੀ ਸਾਹਿਬ ਸਾਡੀ ਗੱਲ ਹੋ ਗਈ ਹੈ। ਇਹਦਾ ਮਤਲਬ ਇਹ ਅੰਦਰੋਂ ਗਤੀ ਸਾਰੀਆਂ ਗੱਲਾਂ ਬਾਤਾਂ ਹੁੰਦੀਆਂ ਸੀ, ਕਰਦੇ ਰਹੇ ਸੀ। ਇਹ ਸਾਡੇ ਲੋਕਾਂ ਦੇ ਕਿਸਾਨਾਂ ਦੇ ਪਿੱਛੇ ਛੁਰਾ ਮਾਰਦੇ ਸੀ ਇਹ ਲੋਕ, ਇਹ ਬਖਸ਼ੇ ਨਹੀਂ ਜਾਣਗੇ। ਕਿਤੇ ਨਾ ਕਿਤੇ ਜਿਵੇਂ ਢੀਂਡਸਾ ਸਾਹਿਬ ਅਕਾਲੀ ਦਲ ਤੋਂ ਵੱਖ ਹੋਏ ਸੀ, ਕਿਤੇ ਨਾ ਕਿਤੇ ਇਹ ਵੀ ਕਾਰਨ ਸੀ ਵੀ ਉਹਨਾਂ ਦੀ ਪਹਿਲੀ ਮੋਦੀ ਸਰਕਾਰ ਨਾਲ ਕੋਈ ਗੱਲਬਾਤ ਚੱਲ ਰਹੀ ਸੀ। ਦੇਖੋ ਮੈਂ ਤਾਂ ਪਹਿਲੇ ਦਿਨ ਤੋਂ ਕਹਿੰਦੀ ਆਉਂਦੀ ਹਾਂ ਕਿ ਜਿਹੜਾ ਉਹਨਾਂ ਨੇ ਮੁੱਦਾ ਲੈ ਕੇ ਵੱਖ ਹੋਏ ਨੇ ਅਕਾਲੀ ਦਲ ਤੋਂ, ਕਿ ਇਹਨਾਂ ਨੇ ਸਾਨੂੰ ਆਪਣਾ ਦਿੱਤਾ ਨਹੀਂ, ਇਨਸਾਫ ਨਹੀਂ ਦਿੱਤਾ। ਹੁਣ ਇੰਨਾ ਅਣਜਾਣ ਹੈ ਲੋਕਾਂ ਨੂੰ ਸਮਝਣ ਕਿ ਜਦੋਂ ਇਨਸਾਫ ਇਹ ਜ਼ਿਆਦਤੀ ਹੋਈ ਹੈ, ਬੇਅਦਬੀ ਹੋਈ ਹੈ,
ਉਦੋਂ ਇਹ ਸਾਰੇ ਇਕੱਠੇ ਸੀ ਔਰ 1.5 ਸਾਲ ਤੱਕ ਰਾਜ ਭਾਗ 'ਚ ਬੈਠੇ ਰਹੇ ਨੇ। ਬੇਅਦਬੀ ਹੋ ਗਈ, ਕੁਰਸੀ ਨਹੀਂ ਛੱਡੀ, ਬੇਅਦਬੀ ਵਾਲਾ ਥਾਵਾਂ 'ਤੇ ਆਪਣੀ ਪੀੜਾ ਲੈ ਕੇ ਨਹੀਂ ਗਏ, ਬੈਠੇ ਰਹੇ। ਉਸ ਤੋਂ ਬਾਅਦ ਫਿਰ ਪਾਰਲੀਮੈਂਟ ਵੀ ਉਸੇ ਸੁਖਬੀਰ ਬਾਦਲ ਦੇ ਟਿਕਟ 'ਤੇ ਲੜੀ ਹੈ, ਇਹਨਾਂ ਨੂੰ ਨਹੀਂ ਚੁਭੀ। ਜਦੋਂ ਪੂਰੀ ਅਸੈਂਬਲੀ ਇਹਨਾਂ ਦੀ ਹਾਰ ਗਈ, ਪਾਰਲੀਮੈਂਟ ਵਿੱਚ ਦੁਰਦਸ਼ਾ ਹੋ ਗਈ, ਅਸੈਂਬਲੀ ਤੀਜੇ ਨੰਬਰ 'ਤੇ ਵੀ ਨਹੀਂ ਆਈ, ਫਿਰ ਇਹਨਾਂ ਨੇ ਬੇਅਦਬੀ ਦਾ, ਇਹਨਾਂ ਨੇ ਹਮੇਸ਼ਾ ਕਹਿੰਦੇ ਕਿ ਪੰਥ ਦਾ ਧਰਮ ਦਾ ਨਾਂ ਵਰਤਦੇ ਆ ਲੋਕ, ਇਹ ਬੇਅਦਬੀ ਦਾ ਨਾਂ ਵਰਤ ਕੇ ਅਕਾਲੀ ਦਲ ਤੋਂ ਅੱਡ ਹੋਣ ਦਾ ਡਰਾਮਾ ਕਰਕੇ ਇਲਜ਼ਾਮਾਂ ਤੋਂ ਬਚਣਾ ਚਾਹੁੰਦੇ ਸੀ। ਅਤੇ ਸ਼ਾਇਦ ਜਿਹੜੀ ਅੱਜ ਸਾਹਮਣੇ ਆ ਗਈ ਥੈਲੇ ਤੋਂ ਬਾਹਰ ਬਿੱਲੀ, ਕਿ ਉਦੋਂ ਵੀ ਸ਼ਾਇਦ ਕੋਈ ਇਹ ਕੀਤਾ ਹੋਵੇ ਕਿ ਹਰਸਿਮਰਤ ਦੀ ਥਾਂ 'ਤੇ ਮੈਂ ਮਿਨਿਸਟਰ ਬਣ ਜਾਊਂਗਾ ਜਾਂ SGPC ਦੇ ਦੇਣਗੇ। ਇਹ ਜਿਹੜੇ ਹੁੰਦੇ ਨਾ, ਇਹੋ ਜਿਹੇ ਲੋਕਾਂ ਤੋਂ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ, ਜਿਹੜੇ ਆਪਦੀਆਂ ਗਰਜਾਂ ਲਈ ਕਿਸੇ ਦੀ ਵੀ ਪਿੱਠੇ ਛੁਰਾ ਮਾਰ ਸਕਦੇ ਨੇ। ਬੀਬੀ ਪੰਜਾਬ ਦੇ ਵਿੱਚ ਕੋਈ ਅਸਰ ਪਊਗਾ? ਹੁਣ ਖੇਤੀ ਕਾਨੂੰਨ ਰੱਦ ਹੋ ਗਿਆ, ਰਾਜ ਜਿਹੜੀ ਹੁਣ ਚੋਣਾਂ ਆ ਰਹੀਆਂ ਨੇੜੇ, ਉਹਦਾ ਕਿੰਨਾ ਕੁ ਅਸਰ ਪਊਗਾ? ਦੇਖੋ, ਪਹਿਲੀ ਗੱਲ, ਚੋਣਾਂ ਦੇ ਵਿੱਚ ਜਿਹੜਾ ਹੋਣਾ ਹੈ ਉਹ ਤਾਂ ਆਪੋ ਆਪਣੀ ਕਾਰਕਰਦਗੀ ਦੱਸਣੀ ਹੈ। ਮੈਂ ਆਪਣੇ ਕਿਸਾਨ ਭਰਾਵਾਂ ਦਾ ਜਿੱਥੇ ਉਹਨਾਂ ਨੂੰ ਮੁਬਾਰਕਬਾਦ ਦਿੰਦੀ ਹਾਂ, ਉਹਨਾਂ ਨੇ ਆਪਣਾ ਪੀਸਫੁਲ ਤਰੀਕੇ ਨਾਲ ਸ਼ਾਂਤਮਈ ਐਡਾ ਵੱਡਾ ਅੰਦੋਲਨ ਚਲਾ ਕੇ ਕੁਰਬਾਨੀਆਂ ਕੀਤੀਆਂ, ਪਰਿਵਾਰਾਂ ਦੇ ਪਰਿਵਾਰ ਉੱਥੇ ਗਏ, ਕੁਰਬਾਨੀਆਂ ਕੀਤੀਆਂ, ਉਹਨਾਂ ਦਾ ਮੈਂ ਬਹੁਤ ਵੱਡਾ ਧੰਨਵਾਦ ਕਰਦੀ। ਜਿੱਤ ਉਹਨਾਂ ਦੀ ਹੋਈ ਹੈ, ਬਾਬੇ ਨਾਨਕ ਦੇ ਆਸ਼ੀਰਵਾਦ ਨਾਲ ਹੋਈ ਹੈਗੀ ਹੈ। ਔਰ ਦੂਜੀ ਗੱਲ ਜਿਹੜੀ ਹੈਗੀ ਹੈ, ਜਿਹੜੇ 600 ਸ਼ਹੀਦ ਹੋਏ ਨੇ, ਉਹਨਾਂ ਨੂੰ ਆਪਣੀ ਸ਼ਰਧਾਂਜਲੀ ਭੇਟ ਕਰਦੇ ਹਾਂ ਅੱਜ ਦੇ ਦਿਨ ਦੇ ਉੱਤੇ। ਇਸ ਤੋਂ ਅੱਗੇ ਜਾ ਕੇ ਇਹ ਗੱਲ ਸਾਹਮਣੇ ਆ ਗਈ ਕਿ ਚਾਹੇ BJP ਦੇ ਨਾਲ ਹੈਂਡਸ ਵਿਦ ਗਲਵ ਅੰਦਰ ਮਿਲੇ ਵੀ ਜਿਹੜੇ ਹੈਗੇ ਨੇ, ਉਹੋ ਜਿਹੀਆਂ ਤਾਕਤਾਂ ਤੋਂ ਜੇ ਬਚਣਗੇ ਤਾਂ ਬਾਕੀ ਕਿਹੜੀ ਪਾਰਟੀ ਰਹੇਗੀ? ਕਾਂਗਰਸ ਪਾਰਟੀ ਰਹੇਗੀ। ਅੱਜ ਕਾਂਗਰਸ ਪਾਰਟੀ ਨੇ, ਜਿਹਨੂੰ ਆਪਾਂ ਕਹਿੰਦੇ ਹੱਥਾਂ 'ਤੇ ਸਰੋਂ ਜਮਾ ਕੇ ਦਿਖਾਤੀ, 3 ਮਹੀਨਿਆਂ ਦੇ ਵਿੱਚ ਜਿੱਡੇ ਵੱਡੇ ਫੈਸਲੇ ਲਏ। 1 ਲੱਖ ਦਾ ਕਿਹਾ ਕਿ ਅਸੀਂ ਹੁਣ ਭਰਤੀ ਪੱਕੀ ਨੌਕਰੀ, ਕੱਚੀ ਪੱਕੀ ਨੌਕਰੀ, ਔਰ 36,000 ਜਿਹੜੇ ਸਾਡੇ ਹੈਗੇ ਨੇ ਉਹਨਾਂ ਨੂੰ ਪੱਕਾ ਕਰਕੇ ਦਿਖਾਤਾ ਜੀ। ਕੇਜਰੀਵਾਲ ਦੇ ਤਾਂ ਇੱਕ ਵੀ ਨਹੀਂ ਕੀਤਾ, ਕਿਹਾ ਸੀਗਾ 5 ਸਾਲ ਦਾ, 36,000 ਦੀ ਪ੍ਰੋਸੈਸ ਸ਼ੁਰੂ ਹੋ ਗਿਆ ਨਾਲ ਦੀ ਨਾਲ। ਸੋ ਇਵੇਂ ਜਿਵੇਂ ਜਿਹੜੇ ਆ ਲਾਲ ਲਕੀਰ ਵਾਲੇ ਹੈ, ਆਪਾਂ ਤਾਂ ਮਿਊਨਸਿਪੈਲਿਟੀ ਦੇ ਇਲੈਕਸ਼ਨਾਂ 'ਚ ਵਾਅਦਾ ਕੀਤਾ ਸੀ ਕਿ ਅਸੀਂ ਤਾਂ ਆਵਾਂਗੇ ਵੋਟਾਂ ਦੇ ਵਿੱਚ, ਅੱਜ ਉਹ ਸਰਕਾਰ ਨੇ ਪੂਰਾ ਕਰਤਾ। ਕਿੱਥੇ ਅਸੀਂ ਇਕੱਲੀ ਮਿਊਨਸਿਪੈਲਿਟੀ 'ਚ ਮਤਾ ਪਾ ਕੇ ਕਰਦੇ, ਲਾਲ ਲਕੀਰ ਵਾਲੇ ਪਾਸ ਕਰਦੇ। ਬਿਜਲੀ ਸਾਰੇ ਹਿੰਦੁਸਤਾਨ ਨੂੰ ਘੱਟ ਸਾਨੂੰ ਦੇ ਕੇ ਦਿਖਾਤੀ ਹੈ। ਆਹ ਰੇਤਾ ਜਿੱਥੇ ਕਹਿਤਾ ਕਿ 5.5 ਰੁਪਏ ਤੋਂ ਵੱਧ ਜੇ ਕਿਸੇ ਥਾਂ ਤੋਂ ਕਰਦਾ ਕੇਸ ਰਜਿਸਟਰ ਹੋਊਗਾ, ਉਹ ਫੈਸਲਾ ਲਾਗੂ ਕਰਕੇ ਦਿਖਾਇਆ। ਅਸੀਂ ਇਕੱਲੇ ਵਾਅਦੇ ਨਹੀਂ ਕੀਤੇ, ਇਹ ਸਾਡੀ ਚੰਨੀ ਸਰਕਾਰ ਨੇ, ਕਾਂਗਰਸ ਦੀ ਚੰਨੀ ਸਰਕਾਰ ਨੇ ਇਹ ਸਾਰੇ ਫੈਸਲੇ 8-10 ਫੈਸਲੇ ਲਾਗੂ ਕਰਤੇ। ਅਜੇ ਰੋਜ਼ ਦੀ ਰੋਜ਼ ਅਜੇ ਹੋਰ ਵੀ ਕਰ ਰਹੇ ਨੇ। ਔਰ ਉਹਨਾਂ ਦੇ ਵੀ ਜਿਹੜੀ ਭਾਰਤੀ ਕਿਸਾਨ ਯੂਨੀਅਨ ਦੇ ਸਾਡੇ ਭਰਾ ਬੈਠੇ ਸੀ, ਉਹਨਾਂ ਨਾਲ ਪਿੱਛੇ ਮੀਟਿੰਗ ਹੋਈ ਸੀ, ਜਿਹਦੇ 'ਚੋਂ 17 ਫੈਸਲਿਆਂ 'ਚੋਂ 16 ਲਾਗੂ ਕਰਕੇ ਉੱਥੇ ਹੀ ਮੰਨ ਲਏ ਸੀ ਮੌਕੇ 'ਤੇ ਬੈਠੇ। ਸੋ ਮੈਂ ਸਮਝਦੀ ਹਾਂ ਕਿ ਅੱਜ ਲੋਕਾਂ ਨੂੰ ਪਤਾ ਲੱਗ ਗਿਆ ਸਾਡੇ ਕਿਸਾਨ ਅੰਦੋਲਨ ਦਾ, ਤੁਸੀਂ ਕਹਿੰਦੇ ਅਸਰ ਪਊਗਾ। ਇਹ ਕਿਸਾਨ ਅੰਦੋਲਨ ਵਾਲਿਆਂ ਨੂੰ ਜ਼ਿਆਦਾ ਪਤਾ ਹੈ ਕਿ ਕਿਹਨੇ ਉਹਦੀ ਬਾਂਹ ਫੜੀ ਹੈ, ਕਿਸ ਤਰ੍ਹਾਂ ਨਾਲ ਲੱਗੇ ਨੇ। ਸਾਡੀ ਤਾਂ ਨੈਸ਼ਨਲ ਪਾਰਟੀ ਤੋਂ ਰਾਹੁਲ ਗਾਂਧੀ ਜੀ ਇਕੱਲੇ ਨੈਸ਼ਨਲ ਲੀਡਰ ਜਿਹੜੇ ਕਾਂਗਰਸ ਪਾਰਟੀ ਦੇ ਇੱਥੇ ਆਏ ਸੀ ਪੰਜਾਬ ਦੇ ਵਿੱਚ, ਹਰਾ ਨਾਰਾ ਮਾਰਨ ਸਨ ਪੰਜਾਬ ਨੂੰ ਕਹਿਣ ਵਾਸਤੇ ਕਿ ਸਾਰੇ ਨਾਲ ਸਮਰਥਨ ਦਿਓ। ਔਰ ਦਿੱਲੀ ਵਿੱਚ ਸਾਡੀ ਕਾਂਗਰਸ ਪਾਰਟੀ ਦੇ MPਆਂ ਨੇ ਲਗਾਤਾਰ ਬਰਾਬਰ ਉੱਥੇ ਧਰਨਾ ਪਾਰਲੀਮੈਂਟ ਜਾਂਦੇ ਸੀ ਅਤੇ ਨਾਲ ਹੀ ਉੱਥੇ ਰੱਖਿਆ ਸੀ ਜੰਤਰ ਮੰਤਰ, ਅਤੇ ਉਹ ਵੀ ਕਰਦੇ ਸੀ। ਸੋ ਸਾਡੀ ਸ਼ਮੂਲੀਅਤ ਹੈ ਅੱਜ। ਸਾਰੇ ਸਾਨੂੰ ਪਤਾ ਹੈ ਕਿ ਸਾਰੇ ਲੋਕ ਸਮਝ ਗਏ ਹੋਣਗੇ, ਨਜ਼ਰ ਆ ਗਿਆ, ਪ੍ਰਤੱਖ ਆ ਗਿਆ ਕਿ ਸਿਰਫ ਤੇ ਸਿਰਫ ਕਾਂਗਰਸ ਪਾਰਟੀ ਉਹਨਾਂ ਦੀ ਬਾਂਹ ਫੜਦੀ ਹੈ ਅਤੇ ਕਾਂਗਰਸ ਪਾਰਟੀ ਹੀ ਪੰਜਾਬ ਦਾ ਭਲਾ ਕਰ ਸਕਦੀ ਹੈ। ਵੀ ਗੱਲ ਕੀਤੀ ਤੇ ਉਹ ਕਹਿੰਦੇ ਸੀ ਵੀ ਜਿਹੜਾ ਕਿਸਾਨਾਂ ਸਮਝੌਤਾ ਹੋਏਗਾ 17,000 ਦਾ ਗੁਲਾਬੀ ਸੁੰਡੀ ਵਾਲਾ, ਵੀ ਕਿਸਾਨਾਂ ਨੂੰ ਵੇਚਿਆ ਗਿਆ ਜਥੇਬੰਦੀਆਂ ਵੱਲੋਂ, ਵੀ 50,000 ਰੁਪਏ ਦੀ ਮੰਗ ਕਰਦੇ ਸੀਗੇ, ਵੀ ਉਹ 17,000 ਬਹੁਤ ਘੱਟ ਹੈਗਾ। ਤੁਸੀਂ ਤਾਂ ਇੱਦਾਂ ਵੀ ਨਹੀਂ ਦਿੱਤਾ ਸੀਗਾ। ਸੁਖਬੀਰ ਬਾਦਲ ਨੂੰ ਕਹੋ ਕਿ ਤੁਸੀਂ ਹੁਣ ਤੁਹਾਡੇ ਪੱਲੇ ਕੱਖ ਨਹੀਂ ਹੈਗਾ, ਇਸ਼ੂ ਤੁਹਾਡੇ ਖਤਮ ਹੋ ਗਏ, ਧਾਰਮਿਕ ਤੌਰ 'ਤੇ ਤੁਸੀਂ ਗੁਨਾਹਗਾਰ ਹੋ ਗਏ ਹੋ, ਕਿਸਾਨੀ ਤੌਰ 'ਤੇ ਤੁਸੀਂ ਗੁਨਾਹਗਾਰ ਹੋ ਗਏ ਹੋ, ਤੁਹਾਡੇ ਪ੍ਰੂਫ ਪਏ ਆ ਸਾਰਾ ਅਕਾਲੀ ਦਲ ਸਮੁੱਚਾ ਅੱਡ ਹੋਇਆ, ਜਿਹੜਾ ਉਤਰਿਆ ਚੜ੍ਹਿਆ ਤਾਂ ਰਿਕਸ਼ਾ ਪਾਰਟੀ ਕਹਿੰਦੀ ਹੁੰਦੀ ਆ ਮੈਂ ਇਹਨਾਂ ਨੂੰ ਟੀਨਸ ਵਾਲਿਆਂ ਨੂੰ, ਇਹ ਰਿਕਸ਼ਾ ਪਾਰਟੀ ਵਾਲੇ ਹੋਏ ਜਿਹੜੇ ਦੋ ਹੀ, ਇਹ ਸਾਰੇ ਜਿਹੜੇ ਹੈਗੇ ਨੇ ਇਕੱਠੇ ਗੁਨਾਹਗਾਰ ਨੇ। ਅੱਜ ਇਹ ਤੇ ਨੁਕਤਾਚੀਨੀ ਕੋਈ ਤਾਂ ਬਰਦਾਸ਼ਤ ਨਹੀਂ ਹੁੰਦਾ। ਅਸੀਂ ਦੱਸੋ ਕੀ ਧੋਖਾ ਕੀਤਾ, ਸਾਹਮਣੇ ਕੀਤਾ, ਪ੍ਰਤੱਖ ਕੀਤਾ, ਕਿਹਦੇ ਨਾਲ ਗੱਲ ਮਿਲ ਕੇ ਹੋਈ ਹੈ? ਤੁਸੀਂ ਕਰ ਲੈਂਦੇ, ਤੁਸੀਂ ਨਾ ਕੀਤੀ ਗੱਲ, ਤੁਸੀਂ ਬੈਠੇ ਸੀ ਨਾ, ਤੁਸੀਂ ਨਾ ਕੀਤੀ ਗੱਲ ਉਸ ਵਕਤ। ਇਸ ਕਰਕੇ ਇਹ ਜਿਹੜੇ ਹੈਗੇ ਇਹਨਾਂ ਨੂੰ ਮੈਂ ਨਾ ਮਾਨੂ ਵਾਲਿਆਂ ਦੇ ਕੋਲੇ ਕੋਈ ਜਵਾਬ ਨਹੀਂ, ਕੋਈ ਗੱਲ ਨਹੀਂ। ਇਹ ਫੇਲ ਹੋ ਚੁੱਕੇ, ਗੱਡੀ ਇਹਨਾਂ ਦੀ ਲਾਈਨ ਤੋਂ ਲੈ ਚੁੱਕੀ ਹੈ ਸਾਰਿਆਂ ਦੀ। ਔਰ ਪੂਰੀ ਤਰ੍ਹਾਂ ਨਾਲ ਕਾਂਗਰਸ ਪਾਰਟੀ ਨੇ ਜੋ ਕਿਹਾ ਉਹ ਕਰਕੇ ਦਿਖਾਇਆ। ਇੱਕ ਬੀਬੀ